ਅੱਛਾ ਇੱਕ ਸਵਾਲ ਆ ਤੁਹਾਡੇ ਤੇ ਕਿ ਜਿਹੜੀਆਂ ਇਹਨਾਂ ਦਿਨਾਂ ਦੇ ਵੀ ਬੱਕਰੀਆਂ ਸੂੰਦੀਆਂ ਨੇ ਮਤਲਬ ਜੈਸੇ ਹੀ ਗਰਮੀ ਦਾ ਜ਼ੋਰ ਘਟਦਾ ਉਹਦੇ ਵੀ ਅਕਸਰ ਇਹ ਫਾਲਟ ਆ ਰਿਹਾ ਕਿ ਬੱਕਰੀ ਦਾ ਯਕਦਮ ਹੀ ਅਚਾਨਕ ਇੱਕ ਥਾਂ ਰਹਿ ਜਾਂਦਾ ਇੱਕ ਥਾਂ ਨਹੀਂ ਰਹਿੰਦਾ ਇੱਕ ਸਾਈਡ ਜਿਹੜੇ ਚੱਡੇ ਦੀ ਹੈ ਨਾ ਬਿਲਕੁਲ ਖਤਮ ਹੋ ਜਾਂਦੀ ਹੈ ਉਹ ਕਿਸ ਵਜ੍ਹਾ ਤੋਂ ਆ ਤੇ ਉਹਦੀ ਕੀ ਰੀਜ਼ਨ ਆ ਉਹਦਾ ਕੀ ਯਾਨੀ ਸੱਦੇਬਾਬ ਕੀਤਾ ਜਾਵੇ ਜਿਹਦੇ ਨਾਲ ਉਹ ਕਮ ਅਜ਼ ਕਮ ਚਲੋ ਬਿਲਕੁਲ ਬਰਾਬਰ ਨਾ ਹੋਵੇ ਕੁਝ ਬਿਹਤਰ ਹੋ ਜਾਵੇ। ਭਾਈ ਮੁਸ਼ਤਾਕ ਇਹ ਜਿਹੜਾ ਮਾਮਲਾ ਨਾ ਸਮਝ ਨਹੀਂ ਆਈ ਬੱਕਰੀ ਦੇ ਅੰਦਰ ਤੁਸੀਂ ਜਿਸ ਟਾਈਮ ਉਹਨੂੰ ਬੱਚੇ ਪੈਦਾ ਕਰਦੇ ਪਹਿਲੇ ਜਿਹੜੇ 30 ਦਿਨ ਹੁੰਦੇ ਨਾ ਉਹਦੇ ਵਿੱਚ ਬਹੁਤ ਸਖਤ ਸਾੜੂ ਦੇ ਪ੍ਰੋਬਲਮ ਆਉਂਦੇ ਨੇ ਸਟੈਟਸ ਦੇ ਪ੍ਰੋਬਲਮ ਆਉਂਦੇ ਆ। ਸਾੜੂ ਜਿਹੜਾ ਵਾ ਇਹਦੀਆਂ 2-3 ਸ਼ਕਲਾਂ ਵਾ ਠੀਕ ਹੋ ਉਹਨਾਂ ਨੂੰ ਇੱਕ ਹੈਗਾ ਸਾੜੂ ਖੁਫੀਆ ਸ਼ਕਲ ਦਾ ਜਿਹੜਾ ਯਕਦਮ ਥਣ ਦਾ ਸਾਈਜ਼ ਘਟਾਉਣਾ ਸ਼ੁਰੂ ਕਰ ਜਾਂਦਾ ਥਣ ਸੁੱਕਣਾ ਸ਼ੁਰੂ ਹੋ ਜਾਂਦਾ ਵਾ ਦੁੱਧ ਜਿਹੜਾ ਵਾ ਉਹ 0 ਲੈਵਲ ਤੱਕ ਚਲਾ ਜਾਂਦਾ ਵਾ ਲੇਕਿਨ ਦੁੱਧ ਦੀ ਰੰਗਤ ਕਲਰ ਹਰ ਚੀਜ਼ ਦੇ ਵਿੱਚ ਬਰਕਰਾਰ ਰਹਿੰਦੀ ਹੈ ਖਰਾਬ ਨਹੀਂ ਹੁੰਦਾ ਇਹਨੂੰ ਅਸੀਂ ਕਹਿੰਦੇ ਖੁਫੀਆ ਸਾੜੂ। ਸਹੀ ਹੋ ਜਿਸ ਟਾਈਮ ਤੁਹਾਡੇ ਜਾਨਵਰ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਸ਼ੁਰੂ ਹੁੰਦੀ ਹੈ ਪਹਿਲੇ 30 ਦਿਨ ਤੱਕ ਤੁਸੀਂ ਡੇਲੀ ਇਹ ਚੈੱਕ ਕਰਨਾ ਵਾ 2 ਟਾਈਮ ਇਹਦਾ ਜਾਨਵਰ ਦੇ ਥਣਾਂ ਦਾ ਜਿਹੜਾ ਦੁੱਧ ਦਾ ਬਰਾਬਰ ਆ ਜਿਸ ਦਿਨ ਤੁਹਾਨੂੰ ਥੋੜਾ ਜਿਹਾ ਮਹਿਸੂਸ ਹੋਇਆ ਜਾਂ ਸ਼ੱਕ ਹੋਈ ਉਸ ਦਿਨ ਤੁਸੀਂ ਦੁੱਧ ਦਾ ਜ਼ਾਇਕਾ ਚੈੱਕ ਕਰ ਲੈਣਾ ਵਾ ਜਿਸ ਥਾਂ 'ਤੇ ਤੁਹਾਨੂੰ ਨਮਕੀਨ ਦੁੱਧ ਮਹਿਸੂਸ ਹੋਇਆ ਉਸ ਟਾਈਮ ਤੁਸੀਂ ਜਾਨਵਰ ਆਪਣੇ ਨੂੰ ਲਸਣ ਦੀ ਖੀਰ ਜਿਹੜੀ ਉਹ ਬਣਾ ਕੇ ਦੇ ਦੇਣੀ ਹੈ ਦੇਸੀ ਫਾਰਮੂਲੇ ਦੇ ਵਿੱਚ। ਠੀਕ ਅੰਗਰੇਜ਼ੀ ਦੇ ਵਿੱਚ ਤੁਸੀਂ ਜਾ ਕੇ ਜੈਂਟਮ 20 ਜਿਹੜਾ ਨਾ ਉਹਦਾ ਟੀਕਾ ਲਿਆ ਨਾ ਵਾ ਉਹ ਲਗਾ ਲਓ। ਕਿੰਨੇ ਸੀਸੀ ਲਗਾਉਣਾ ਚਾਹੀਦਾ ਤਕਰੀਬਨ ਬਾਡੀ weight ਦੇ ਨਾਲ 3 ਤੋਂ 5 ਸੀਸੀ ਲੱਗਦਾ ਹੁੰਦਾ ਉੱਤੇ ਰეკਮੈਂਡ ਡੋਜ਼ ਵੈਸੇ ਲਿਖੀ ਹੁੰਦੀ ਕਿ ਇੰਨੇ ਵਜ਼ਨ ਤੇ ਇੰਨਾ ਲਗਾ ਲਓ। ਠੀਕ ਦੂਸਰੀ ਸਾਡੇ ਦਿਨ ਚ ਕਵਰ ਹੋਏਗਾ ਉਹਨੂੰ ਉਹ ਤਕਰੀਬਨ ਉਹ ਜਿਸ ਟਾਈਮ ਤੁਸੀਂ ਚੈੱਕ ਕਰ ਲੈਣਾ ਨਾ ਦੁੱਧ ਘਟਣ ਤੋਂ ਪਹਿਲੇ ਦੁੱਧ ਦਾ ਜ਼ਾਇਕਾ ਚੇਂਜ ਹੁੰਦਾ ਵਾ ਦੁੱਧ ਦਾ ਜ਼ਾਇਕਾ ਸਿਰਫ ਚੇਂਜ ਹੁੰਦਾ ਵਾ ਦੁੱਧ ਵਿੱਚ ਨਮਕੀਆਤ ਜ਼ਿਆਦਾ ਹੋ ਜਾਂਦੇ ਆ ਉਸ ਟਾਈਮ ਉਹ ਤੁਹਾਡਾ ਸਵੇਰ ਤੱਕ ਜ਼ਾਇਕਾ ਜਿਹੜਾ ਬਰਾਬਰ ਹੋਏ ਨਾ ਦੁੱਧ ਘਟਣਾ ਹੀ ਨਹੀਂਗਾ। ਸਹੀ ਹੋ ਬਿਲ ਫਰਦ ਅਗਰ ਤੁਹਾਡੇ ਜਾਨਵਰ ਨੂੰ ਪ੍ਰੋਬਲਮ ਆ ਗਈ ਹੈ ਥਣ ਘਟਣਾ ਸ਼ੁਰੂ ਹੋ ਗਿਆ ਵਾ ਠੀਕ ਹੋ ਗਿਆ ਫਿਰ ਤੁਸੀਂ ਉਹਨੂੰ ਅਮੋਕਸਲਿਨ ਦਾ ਇੰਜੈਕਸ਼ਨ ਲਗਾਓ ਤੁਹਾਡੇ ਜਾਨਵਰ ਦਾ ਥਣ ਜਿਹੜਾ ਵਾ ਬਰਾਬਰ ਹੋਣਾ ਸ਼ੁਰੂ ਹੋ ਜਾਏਗਾ। ਸਫੈਦ ਜ਼ੀਰਾ ਜਾਂ ਮਿਲਕ ਪ੍ਰੋਡਿਊਸਰ ਇਹ ਦੋਨੇ ਸ਼ਾਮਲ ਜਿਹੜੀ ਮਰਜ਼ੀ ਚੀਜ਼ ਇਸਤੇਮਾਲ ਕਰਵਾਓ ਉਹ ਜਾਨਵਰ ਦਾ ਥਣ ਜਿਹੜਾ ਵਾ ਉਹ ਬਰਾਬਰ ਹੋਣਾ ਸ਼ੁਰੂ ਹੋ ਜਾਏਗਾ ਪ੍ਰੋਬਲਮ ਜਿਹੜੀ ਹੈ ਖਤਮ ਹੋ ਜਾਏਗੀ। ਟੀਕਾ ਤੁਸੀਂ ਪਹਿਲਾ ਟੀਕਾ ਵੀ 5 ਦਿਨ ਇਸਤੇਮਾਲ ਕਰਨਾ ਜਿਹੜਾ ਦੂਸਰਾ ਤੁਹਾਨੂੰ ਇੰਜੈਕਸ਼ਨ ਦੱਸਿਆ ਵਾ ਕਿ ਜਿਹੜੇ ਪ੍ਰੋਬਲਮ ਤੁਹਾਡੇ ਉੱਤੇ ਆ ਗਈ ਹੈ ਥਣ ਘਟਣਾ ਸ਼ੁਰੂ ਹੋ ਗਿਆ ਵਾ। ਤੀਸਰੀ ਅੱਗੇ ਸੂਰਤ ਹਾਲ ਆਉਂਦੀ ਹੈ ਕਿ ਥਣ ਬਿਲਕੁਲ ਤੁਹਾਡਾ ਘਟ ਗਿਆ ਵਾ ਪ੍ਰੋਬਲਮ ਵੀ ਆ ਗਈ ਫਿਰ ਤੁਸੀਂ ਉਹਦੇ 'ਤੇ ਟਰਾਈ ਨਾ ਮਾਰੋ ਫਿਰ ਨੈਕਸਟ ਟਾਈਮ ਜਦੋਂ ਜਾਨਵਰ ਬੱਚਾ ਪੈਦਾ ਕਰਦਾ ਵਾ ਫਿਰ ਉਹਨੂੰ ਤੁਸੀਂ IL-2 ਦਾ ਇਸਤੇਮਾਲ ਕਰ ਲਓ ਤੁਹਾਡਾ ਮਾਮਲਾ ਕਵਰ ਹੋ ਜਾਏਗਾ। ਇਹ ਸਾੜੂ ਦੀਆਂ ਵੀ 3 ਕਿਸਮਾਂ ਹੁੰਦੀਆਂ ਵਾ। ਪਹਿਲੇ ਨੰਬਰ ਦੇ ਉੱਤੇ ਖੁਫੀਆ ਹੁੰਦਾ ਦੂਸਰੇ ਨੰਬਰ ਦੇ ਉੱਤੇ ਕਿ ਦੁੱਧ ਦੇ ਵਿੱਚ ਸ਼ੀਸ਼ੜੇ ਆਉਣੇ ਸ਼ੁਰੂ ਹੋ ਜਾਂਦੇ ਆ ਠੀਕ ਹੋ ਗਿਆ ਸਫੇਦ ਕਲਰ ਦੇ ਜਾਲਾ ਵਗੈਰਾ। ਤੀਸਰਾ ਕਿ ਦੁੱਧ ਦੀ ਜਗ੍ਹਾ 'ਤੇ ਪਾਣੀ ਆਉਣਾ ਸ਼ੁਰੂ ਹੋ ਜਾਂਦਾ। ਠੀਕ ਸਭ ਤੋਂ ਜ਼ਿਆਦਾ ਜਿਹੜੀ ਖਤਰਨਾਕ ਸੂਰਤ ਹਾਲ ਹੁੰਦੀ ਹੈ ਦੁੱਧ ਦਾ ਪਾਣੀ ਹੁੰਦਾ ਹਾਲ ਸਾਰਿਆਂ ਦੇ ਕੀ ਤੇ ਜਿਹਦੇ ਵਿੱਚ ਦੁੱਧ 'ਚ ਤੁਹਾਨੂੰ ਪਾਣੀ ਆ ਰਿਹਾ ਵਾ ਉਹਦੇ ਵਾਸਤੇ ਤੁਸੀਂ X0 ਦਾ ਇੰਜੈਕਸ਼ਨ ਇਸਤੇਮਾਲ ਕਰਨਾ ਔਰ ਲਸਣ ਦੀ ਖੀਰ ਬਣਾ ਕੇ ਦੇਣੀ ਠੀਕ ਜਿਹਦੇ ਵਿੱਚ ਤੁਹਾਡੇ ਛਿਛੜੇ ਆ ਰਹੇ ਆ ਉੱਥੇ ਤੁਸੀਂ ਸੁਰਖ ਮਿਰਚ ਦਾ ਇਸਤੇਮਾਲ ਕਰਨਾ ਠੀਕ ਹੈ ਜੈਂਟਮ 20 ਦਾ ਇੰਜੈਕਸ਼ਨ ਦਾ ਇਸਤੇਮਾਲ ਕਰ ਲੈਣਾ। ਇਹ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਵਾਂ ਇਹਨਾਂ 'ਚ ਕੋਈ ਇੱਕ ਚੀਜ਼ ਵੀ ਇੱਕ ਬਿਮਾਰੀ ਦੇ ਉੱਤੇ ਤੁਸੀਂ ਅਪਲਾਈ ਕਰ ਲਈ ਨਾ ਤਾਂ ਅੱਲਾ ਦੇ ਫਜ਼ਲ ਨਾਲ ਤੁਹਾਡਾ ਮਾਮਲਾ ਜਿਹੜਾ ਉਹ ਕਲੀਅਰ ਹੋ ਜਾਏਗਾ। ਲਗਾਣਾ ਜਾਂ 5% ਇਹ X0 ਨਾਲ ਦੋਨੇ ਕੰਮ ਕੀਤੇ ਜਾਂਦੇ ਲੇਕਿਨ ਉਹ ਵੈਸੇ ਲਗਾਉਣਾ ਹਾਲੇ ਜਿਹੜੇ ਇੰਨੀ ਜ਼ਿਆਦਾ ਸਾਡੇ ਜਿਹੜੇ ਫਾਰਮਰ ਹਜ਼ਰਾਤ ਇਹਨਾਂ ਕੋਲ ਵਿਚਾਰਿਆਂ ਕੋਲ ਤਕਨੀਕ ਹੈ ਨਹੀਂ ਗੀ ਇਹਨਾਂ ਪਚੀਦਗੀ ਨਾਲ ਨਹੀਂ ਸਮਝ ਸਕਦੇ। ਜਿਸ ਬੰਦੇ ਨੇ ਵੀ ਥਣ ਦੇ ਅੰਦਰ ਟਿਸ਼ੂ ਨੂੰ ਟੱਚ ਕਰਨਾ ਨਾ ਉਹਨੂੰ ਸਾਨੂੰ ਕਵਰ ਕਰਨ ਦਾ ਤਰੀਕਾ ਫੁੱਲ ਆਉਂਦਾ ਹੋਵੇ ਵਰਨਾ ਕਿਸੇ ਵੀ ਥਣ ਨੂੰ ਅੰਦਰੋਂ ਤੁਸੀਂ ਟੱਚ ਕਰਨਾ ਥਣ ਸਾਫ਼ ਸੁਥਰਾ ਥਣ ਤੁਸੀਂ ਖਰਾਬ ਕਰ ਲੈਣਾ। ਸਫੈਦ ਜ਼ੀਰੇ ਦਾ ਇਸਤੇਮਾਲ ਕਿੱਦਾਂ ਕਰਨਾ ਹੋਵੇ ਕਿੰਨਾ ਕਰਨਾ? ਸਫੈਦ ਜ਼ੀਰਾ ਜਿਹੜਾ ਵਾ ਉਹ ਤੁਸੀਂ 2 ਚਮਚ ਜਿਹੜੇ ਲੈ ਕੇ ਦੁੱਧ ਦੇ ਵਿੱਚ ਅੱਛੀ ਤਰ੍ਹਾਂ ਉਬਾਲ ਕੇ ਅੱਧਾ ਕਿਲੋ ਦੁੱਧ ਵਿੱਚ ਉਹ ਜਾਨਵਰ ਨੂੰ ਦੇ ਲੈਂਦੇ ਆ। ਅਗਰ ਤੁਸੀਂ ਉਹਦੀ ਜ਼ਿਆਦਾ ਮਿਲਕ ਪ੍ਰੋਡਿਊਸਰ ਦਾ ਇਸਤੇਮਾਲ ਕਰਨਾ ਵਾ ਤਾਂ ਉਹ ਤੁਸੀਂ 3 ਤੋਂ 4 ਚਮਚ ਉਹਨੂੰ ਜਾਨਵਰ ਨੂੰ ਦੇ ਦਿੰਦੇ ਆ ਡੇਲੀ ਦੇ ਵਿੱਚ। ਅੱਛਾ ਤੇ ਜ਼ਿਆਦਾਤਰ ਇਹ ਹੁੰਦਾ ਉੱਥੇ ਜਿੱਥੇ ਮੁਲਾਜ਼ਮ ਤਬਕਾ ਹੁੰਦੇ ਆ ਫਾਰਮਰ ਕੋਲ ਖੁਦ ਨਹੀਂ ਜਾ ਸਕਦਾ ਅਗਰ ਮਤਲਬ 15 ਦਿਨ ਬਾਅਦ ਆਪਣੇ ਫਾਰਮ ਤੇ ਗਿਆ ਜਾਂ 10 ਦਿਨ ਬਾਅਦ ਗਿਆ ਤੇ ਉਹ ਅਚਾਨਕ ਜਾ ਕੇ ਦੇਖਿਆ ਯਾਰ ਮੇਰੇ ਤਾਂ ਇਸ ਜਾਨਵਰ ਨਾਲ ਆ ਮਸਲਾ ਤੇ ਉਹ ਵਿਚਾਰਾ ਫਿਰ 15 ਦਿਨ ਜਾਂ 20 ਦਿਨ ਤੋਂ ਬਾਅਦ ਉਹ ਕੀ ਕਰੇ? ਇਹਦੇ ਵਿੱਚ ਭਾਈ ਮਿਸਟੇਕ ਇਸ ਤਰ੍ਹਾਂ ਵਾ ਕਿ ਅੰਦਰ ਹੁੰਦੇ ਗਲੈਂਡ ਜਿਸ ਟਾਈਮ ਗਲੈਂਡ ਖਤਮ ਹੋ ਜਾਂਦੇ ਉਹਦੇ ਜਿਹੜੇ ਮਸਲ ਆ ਸੁੱਕ ਜਾਂਦਾ ਵਾ ਸਹੀ ਹੈ ਕਮਜ਼ੋਰ ਹੋ ਜਾਂਦਾ ਵਾ ਉਹ ਦੁਬਾਰਾ ਤਿਆਰ ਹੋਣਾ ਵਾ ਜਿਸ ਜਾਨਵਰ ਨੇ ਪ੍ਰੈਗਨੈਂਟ ਹੋ ਕੇ ਆਰਡਰ ਤਿਆਰ ਦੁਬਾਰਾ ਅਗਲੇ ਹਾਂ ਉਹ ਜਿਹੜੇ ਉਹਦੇ ਅੰਦਰ ਗਲੈਂਡ ਹੁੰਦੇ ਉਹ ਮਰ ਜਾਂਦੇ ਆ ਮੁਰਦਾ ਨੂੰ ਜਿੰਦਾ ਨਹੀਂ ਦੁਬਾਰਾ ਜਨਮ ਲੈਣ ਦਾ ਇੱਕ ਟਾਈਮ ਆ ਉਹ ਇੱਕ ਖਾਸ ਟਾਈਮ ਆ ਜਿਸ ਟਾਈਮ ਜਾਨਵਰ ਦੇ ਪੇਟ 'ਚ ਬੱਚਾ ਹੋਵੇ ਫਿਰ ਹੀ ਉਹਨੇ ਜਨਮ ਲੈਣਾ ਵਰਨਾ ਨਹੀਂ ਲੈਣਾ ਠੀਕ ਹੋ। ਅੱਛਾ ਅੱਗੇ ਆ ਗਿਆ ਵਾ ਕਿ ਤਾਂ ਅਸੀਂ ਪਹਿਲਾ ਮਹੀਨਾ ਆਪਣੇ ਜਾਨਵਰ ਦੇ ਉੱਤੇ ਲਾਜ਼ਮੀ ਤਵੱਜੋ ਕਰੋ ਠੀਕ ਹੋ। ਆਪਣੇ ਮੁਲਾਜ਼ਮ ਨੂੰ ਇੰਨੀ ਇੱਕ ਗਾਈਡਲਾਈਨ ਦਿਓ ਕਿ 1 ਮਹੀਨੇ ਦੇ ਵਿੱਚ ਆ ਪ੍ਰੋਬਲਮ ਆਉਣੀ ਹੈ ਇਹਨੂੰ ਅਸੀਂ ਕਵਰ ਕਰਨਾ ਔਰ ਪਹਿਲੇ ਜਿਹੜਾ ਵਾ 1 ਮਹੀਨੇ ਜਿਹੜੀ ਪ੍ਰੋਬਲਮ ਆ ਪਹਿਲੇ ਹਫਤੇ ਦੇ ਵਿੱਚ ਜ਼ਿਆਦਾ ਆਉਂਦੀ ਆ ਸਹੀ ਤੇ ਬਾਕੀ ਕੋਈ ਐਸਾ ਜਾਨਵਰ ਨਹੀਂ ਪਾਕਿਸਤਾਨ ਦੇ ਅੰਦਰ ਬੱਕਰੀ ਕਿ ਜਿਹਨੂੰ ਪਹਿਲੇ ਮਹੀਨੇ 'ਚ ਪ੍ਰੋਬਲਮ ਨਾ ਆਵੇ। ਅੱਛਾ ਕੁਝ ਬਰਦਾਸ਼ਤ ਕਰ ਜਾਂਦੀ ਕੁਝ ਕੋ ਬਰਦਾਸ਼ਤ ਨਹੀਂ ਹੁੰਦੀ
ਲੇਕਿਨ 95% ਬੱਕਰੀਆਂ 100 ਦੇ ਵਿੱਚ ਇਸ ਚੀਜ਼ ਨਾਲ ਤਬਾਹ ਹੋ ਰਹੀਆਂ ਵਾ। ਸਿਰਫ ਤੁਹਾਡਾ ਛੋਟਾ ਜਿਹਾ ਪੁਆਇੰਟ ਹੈਗਾ ਸੀ 1 ਮਹੀਨਾ ਆਪਣੇ ਜਾਨਵਰ ਦੇ ਥਣ ਨੂੰ ਕਵਰ ਰੱਖਣਾ, ਇਹਨੂੰ ਖਰਾਬ ਨਹੀਂ ਹੋਣ ਦੇਣਾ, ਤੁਸੀਂ ਕਾਮਯਾਬ ਹੋ। ਸਹੀ। ਨੰਬਰ 1 ਦੇ ਉੱਤੇ। ਨੰਬਰ 2 ਦੇ ਉੱਤੇ ਅਹਤਿਆਤੀ ਤਦਾਬੀਰ, ਤੁਸੀਂ ਨਾ ਤਸ਼ਖੀਸ ਕਰ ਸਕਦੇ, ਬਿਮਾਰੀ ਲੱਭ ਨਹੀਂ ਸਕਦੇ। ਦੂਸਰੇ ਨੰਬਰ ਦੇ ਉੱਤੇ ਤੁਸੀਂ ਬਿਮਾਰੀ ਦਾ ਇਲਾਜ ਵੀ ਨਹੀਂ ਕਰ ਸਕਦੇ। ਅਹਤਿਆਤੀ ਤਦਾਬੀਰ ਕੀ ਕੀਤੀ ਜਾਵੇ? ਹਾਂਜੀ, ਇਹ ਜ਼ਰੂਰੀ ਹੈ। ਠੀਕ ਹੈ, ਅਹਤਿਆਤੀ ਤਦਾਬੀਰ ਦੇ ਵਿੱਚ ਤੁਹਾਡੇ ਕੋਲ ਸਭ ਤੋਂ ਬਿਹਤਰੀਨ ਹੱਲ ਹੈ ਕਿ ਤੁਸੀਂ ਮੇਰੇ ਪ੍ਰੋਡਿਊਸਰ ਦਾ ਜਾਨਵਰ ਨੂੰ ਇਸਤੇਮਾਲ ਕਰਾਉਣਾ ਸ਼ੁਰੂ ਕਰ ਦਿਓ ਤਾਂ ਕਿ ਉਹਦਾ ਆਰਡਰ ਪਾਵਰ ਚ ਆ ਜਾਏ। ਸੂਣ ਤੋਂ ਪਹਿਲੇ? ਨਹੀਂ ਸੂਣ ਤੋਂ ਪਹਿਲੇ ਕਰਾਉਂਗੇ ਤਾਂ ਉਹਦਾ ਆਰਡਰ ਬਹੁਤ ਹੈਵੀ ਹੋ ਜਾਏਗਾ, ਆਰਡਰ ਖਰਾਬ ਕਰ ਲਏਗਾ ਹੈਵੀ ਹੋਣ ਦੀ ਸੂਣ ਵਜ੍ਹਾ ਤੋਂ ਕਿੰਨੇ ਦਿਨ ਬਾਅਦ? ਸੂਣ ਤੋਂ ਫੌਰੀ ਬਾਅਦ ਮੇਰੇ ਪ੍ਰੋਡਿਊਸਰ ਦਾ ਇਸਤੇਮਾਲ ਸ਼ੁਰੂ ਕਰਾ ਦਿਓ। ਉਹਦਾ ਕੋਈ ਸਾਈਡ ਇਫੈਕਟ? ਕੋਈ ਸਾਈਡ ਇਫੈਕਟ ਨਹੀਂ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਅੱਲਾ ਦੇ ਫਜ਼ਲ। ਜਾਨਵਰ ਨੂੰ ਕਮਜ਼ੋਰ ਕਰਦਾ ਹੋਵੇ ਜਾਂ ਕੋਈ ਇਸ ਤਰ੍ਹਾਂ? ਇਹ ਜਿਹੜਾ ਆਪਣਾ ਮਿਲਕ ਪ੍ਰੋਡਿਊਸਰ ਹੈ ਇਸ ਟਾਈਮ ਜਾਨਵਰ ਦਾ ਦੁੱਧ ਵੀ ਡਬਲ ਕਰ ਦੇਗਾ 1 ਮਹੀਨੇ ਦੇ ਅੰਦਰ ਅੰਦਰ। 15 ਦਿਨ ਤੋਂ ਬਾਅਦ ਰਿਜ਼ਲਟ ਦੇਗਾ ਤੇ ਜਾਨਵਰ ਦੀ ਜਿਹੜੀ ਕਮਜ਼ੋਰੀ ਉਹਨੂੰ ਵੀ ਖਤਮ ਕਰ ਦੇਗਾ। ਯਾਨੀ ਕਿ ਜਾਨਵਰ ਕੋ ਦੁੱਧ ਪੈਦਾ ਕਰਾ ਕੇ ਉਹਨੂੰ ਕਮਜ਼ੋਰ ਕਰੇਗਾ, ਅਬਲਾ ਕਿ ਕਮਜ਼ੋਰੀ ਖਤਮ ਕਰ ਦੇਗਾ। ਬਹੁਤ ਮਿਹਰਬਾਨੀ ਜੀ। ਇਹ ਪਤਾ ਕੀ ਇਹ ਬਹੁਤ ਵੱਡਾ ਮਸਲਾ ਸੀ ਸਾਡੇ ਵਾਸਤੇ, ਖਾਸ ਕਰ ਇਹਨਾਂ ਦਿਨਾਂ ਦੇ ਵਿੱਚ ਨਾ ਰਾਣਾ ਸਾਹਿਬ। ਇਹ ਹੁੰਦਾ ਇਸ ਤਰ੍ਹਾਂ ਕਿ ਜਿਹੜੇ ਆਹ ਦਿਨ ਗੁਜ਼ਰ ਇਹਦੇ ਵਿੱਚ ਜਿਹੜਾ ਵੀ ਯਾਨੀ ਬੱਕਰੀ ਬੱਚੇ ਦਿੰਦੀ ਹੈ ਨਾ, ਉਹਦੇ ਨਾਲ ਇਹ ਮਸਲਾ ਤਕਰੀਬਨ ਬਣਦਾ। ਮੌਸਮ ਠੰਡੇ ਦੀ ਵਜ੍ਹਾ ਤੋਂ ਹੀ ਕੀ ਹੁੰਦਾ ਹਿਸਾਬ ਕਿਤਾਬ ਵੀ ਦਿਨ ਗਰਮ ਰਾਤ ਠੰਡਾ। ਇਹਦੇ ਵਾਸਤੇ ਜੀ ਅਸੀਂ ਬਹੁਤ ਤੁਹਾਡੇ ਸ਼ੁਕਰਗੁਜ਼ਾਰ ਹਾਂ। ਦੋਸਤਾਂ ਨੂੰ ਚਲੋ ਇਹਦਾ ਬਹੁਤ ਫਾਇਦਾ ਹੋਏਗਾ ਤੇ ਇਸ ਚੀਜ਼ ਤੇ ਮੇਰੇ ਭਾਈ ਤਵੱਜੋ ਵੀ ਦੇਣਾ, ਖਾਸ ਕਰ ਜਿਸ ਤਰ੍ਹਾਂ ਫਰਹਾਨ ਸਾਹਿਬ ਨੇ ਦੱਸਿਆ कि ਤੁਹਾਡੇ ਲਈ फायदा। जी भाईजान, आपने फरहान साहब की बातें सुनी, उनकी बातों से मुस्तफ़ीद हुए। मुझे दुआ में याद रखिएगा, अपना और अपने जानवर को ख्याल रखें। अल्लाह हाफिज़।